अस्सलामुअलैकुम जी, मोहम्मद अब्बास मुसाफिर। आज हम आए हैं कुन्ना खुर्द। कंवलजीत सिंह का गांव है ये। तो उन्होंने मुझे कुछ निशानियां बताई थी। उनकी वालदा मोहतरमा का गांव है ये, निरंजन कौर उनकी वालदा का नाम है। उनके वालद का नाम था कपूर सिंह, कपूर सिंह के वालद का नाम था शमशेर सिंह। तो आए हैं जी हम। सबसे पहले हम जो गाँव के नंबरदार हैं उनकी मेहरबानी, उन्होंने हमें बड़ा अच्छा वेलकम किया है, सब लोगों को बुलाया इधर उन्होंने। अस्सलाम वालेकुम जी। वालेकुम सलाम। सर जी ਪਹਿਲਾਂ ਤੁਹਾਡਾ ਬਹੁਤ ਸ਼ੁਕਰੀਆ। बड़ी मेहरबानी जनाब ਤੁਹਾਡੇ ਆਉਣ ਦੀ। जरा ਤੁਸੀਂ ਆਪਣਾ ਵੀ ਤੇ ਸਾਰਿਆਂ ਭਰਾਵਾਂ ਦਾ ਨਾ ਜਰਾ ਤਾਰਫ ਕਰਵਾ ਦਿਓ ਜੀ। जनाब मैं छोटे गुन्ने ਦਾ ਲੰਬੜਦਾਰ ਆਰਫ ਮਹਿਮੂਦ ਲਾਲੀ ਤੇ ਮੇਰੇ ਕੋਲ ਬੈਠੇ ਨੇ ਸੋਹਣਾ ਮਸੀਹ, ਪੁਰਾਣਾ ਨਾਂ ਸੀ ਇਹਨਾਂ ਦੇ ਵਾਲਦ ਸਾਹਿਬ ਦਾ, ਉਹਨਾਂ ਦੇ ਬੇਟੇ ਨੇ ਨੈਤ ਮਸੀਹ। ਠੀਕ। ਤੇ ਕੋਲ ਮੇਰੇ ਬੈਠੇ ਨੇ ਮਨਜ਼ੂਰ ਮੁਗਲ ਸਾਹਿਬ ਲੋਹਾਰ, ਉਹਨਾਂ ਦੇ ਵਾਲਦ ਦਾ ਨਾਂ ਸੀ ਚਿਰਾਗਦੀਨ। ਅੱਛਾ, ਮਨਜ਼ੂਰ ਸਾਹਿਬ ਸਭ ਤੋਂ ਸੱਜੇ ਪਾਸੇ ਬੈਠੇ ਤੁਹਾਡੇ? ਸੱਜੇ ਪਾਸੇ ਪੁਰਾਣੇ ਬੰਦੇ ਆਏ ਨੇ ਸਾਡੇ। ਉਹਨਾਂ ਵੀ ਦੱਸਿਆ ਸੀ ਕਿ ਚਿਰਾਗ ਲੋਹਾਰ ਸਾਡਾ ਵਾਕਫ ਸੀ। ਜੀ ਜੀ, ਉਹਨਾਂ ਦੇ ਵਾਲਦ ਸਾਹਿਬ ਸਨ। ਤੇ ਪਿੱਛੇ ਜਿਹੜੇ ਦੋ ਲੋਕ ਬੈਠੇ ਨੇ ਇਹ ਵੀ ਮੁਹੰਮਦ ਹਸੈਨ ਲੋਹਾਰ ਦੇ ਬੇਟੇ ਨੇ। ਅੱਛਾ, ਉਹ ਵੀ ਫੌਤ ਹੋ ਗਏ ਨੇ, ਪੁਰਾਣੇ ਬੰਦੇ ਉਹੀ ਸਨ ਸਾਡੇ। ਠੀਕ ਹੋ ਗਿਆ। ਅਦਨਾਨ ਸਾਹਿਬ ਨੇ ਪਿੱਛੇ ਬੈਠੇ ਜੀ, ਇਹਨਾਂ ਦੇ ਦਾਦਾ ਸਾਹਿਬ ਸਨ। ਦਾਦਾ ਸਾਹਿਬ ਯਾਨੀ ਕਿ ਇਹ ਤਿੰਨੋਂ ਇੱਕੋ ਖਾਨਦਾਨ ਦੇ। ਇੱਕ ਹੀ ਖਾਨਦਾਨ। ਠੀਕ ਹੋ ਗਿਆ। ਅੱਛਾ, ਹੁਣ ਤੁਹਾਡੇ ਚੋਂ ਕੋਈ ਬੰਦਾ ਐਸਾ ਹੈ ਜਿਹੜਾ ਕਪੂਰ ਸਿੰਘ ਨੂੰ ਜਾਂ ਸ਼ਮਸ਼ੇਰ ਸਿੰਘ ਨੂੰ ਜਾਣਦਾ ਹੋਵੇ? ਜੀ ਇਹ ਚਾਚਾ ਮਨਜ਼ੂਰ ਉਸ ਵਕਤ ਬੱਚੇ ਹਨ। ਅੱਛਾ, ਇਹਨਾਂ ਨੂੰ ਕੋਈ ਵਾਕਿਆ ਲਾਜ਼ਮੀ ਯਾਦ ਹੋਏਗਾ। ਠੀਕ ਹੋ ਗਿਆ ਜੀ। ਬੋਲੋ। ਹਾਂਜੀ। ਅੱਛਾ, ਤੁਸੀਂ ਇਹ ਦੱਸੋ ਕਿ ਤੁਸੀਂ ਕਪੂਰ ਸਿੰਘ ਨੂੰ ਜਾਂ ਸ਼ਮਸ਼ੇਰ ਸਿੰਘ ਨੂੰ ਵੇਖਿਆ? ਦੇਖਿਆ ਸੀ, ਬੱਚੇ ਸਨ, ਬੱਚਿਆਂ ਦੇ ਖੇਡਦੇ ਸਨ। ਅੱਛਾ। ਇਸ ਤਰ੍ਹਾਂ ਫਿਰਦੇ ਫੁਰਦੇ ਵੇਖਿਆ, ਉਹਨਾਂ ਗੱਡੇ ਵੀ ਰੱਖੇ ਸਨ। ਅੱਛਾ। ਤੇ ਉੱਥੇ ਤੇਰੇ ਜਿਹੜਾ ਖੁਰਲੀਆਂ ਵੀ ਉੱਥੇ ਬਣੀਆਂ ਸਨ। ਠੀਕ ਹੋ ਗਿਆ। ਹਾਂਜੀ, ਜੇਲਰਾਂ ਦੇ ਲੱਗਾ ਸੀ ਕਪੂਰ ਸਿੰਘ ਦੀ ਹਵੇਲੀ 'ਚ। ਹਾਂਜੀ। ਠੀਕ ਹੋ ਗਿਆ। ਹੋਰ ਬਾਕੀ ਹੋਰ ਬਥੇਰੇ ਘਰ ਸਨ ਕੋਲ, ਪਰ ਸਾਰਿਆਂ ਦੇ ਨਾਂ ਤੇ ਯਾਦ ਨਹੀਂ ਰਹਿੰਦੇ। ਅੱਛਾ, ਜਿਹੜਾ ਕਪੂਰ ਸਿੰਘ ਸੀ ਉਹ ਵੇਖਣ 'ਚ ਕਿਵੇਂ ਲੱਗਦਾ ਸੀ? ਯਾਨੀ ਕਿ ਸ਼ਕਲੋ ਸੂਰਤ ਤੋਂ ਕਿਵੇਂ ਦਾ ਲੱਗਦਾ ਸੀ? ਜਣਾ ਬੜਾ ਸੀ। ਹੈਂ? ਜਣਾ ਬੜਾ ਸੀ, ਉਹ ਜਵਾਨ ਸੀ। ਹੋਰ ਸ਼ਕਲੋ ਸੂਰਤ ਕਿਵੇਂ ਦੀ ਸੀ ਉਹਦੀ? ਰੰਗ ਵੀ ਉਹਦਾ ਗੋਰਾ ਸੀ। ਬੱਲੇ, ਪੂਰਾ ਸਰਦਾਰ ਸੀ। ਹੈਂ? ਉਂਝ ਰਵੱਈਆ ਕਿਹੋ ਜਿਹਾ ਸੀ? ਰਵੱਈਆ ਠੀਕ ਸੀ। ਨਰਮ ਮਿਜ਼ਾਜ ਸੀ, ਪਿਆਰ ਕਰਨ ਵਾਲਾ ਸੀ ਕਿ ਲੜਨ ਲੁੜਨ ਵਾਲਾ ਸੀ? ਲੜਨ ਵਾਲਾ ਨਹੀਂ ਸੀ। ਅੱਛਾ, ਪਿਆਰ ਕਰਨ ਵਾਲਾ। ਐਸਾ ਦੂਸਰੇ ਬੰਦੇ ਦੇ ਵਿੱਚ, ਪਰ ਚਲੋ ਉਹਨੂੰ ਛੱਡੋ ਤੁਸੀਂ। ਅੱਛਾ, ਕਪੂਰ ਸਿੰਘ ਅੱਛਾ ਬੰਦਾ ਸੀ। ਲੋ ਜੀ, ਕੰਵਲਜੀਤ ਸਿੰਘ ਸਾਹਿਬ ਤੁਹਾਡੇ ਜਿਹੜੇ ਨਾਨਾ ਹਜ਼ੂਰ ਨੇ ਉਹਨਾਂ ਦੇ ਬਾਰੇ ਤੇ ਬੜੀ ਅੱਛੀ ਗੱਲ ਸੁਣੀ ਜਾ ਰਹੀ ਹੈ ਜੀ, ਕਿ ਬੜੇ ਅੱਛੇ ਤੇ ਜਵਾਨ ਸਨ, ਖੂਬਸੂਰਤ ਸਨ ਤੇ ਪਿਆਰ ਕਰਨ ਵਾਲੇ ਸਨ। ਜਦੋਂ ਤੁਸੀਂ ਜਾਂਦੇ ਹੋ, ਜਦੋਂ ਵੇਲਣਾ ਬੁਲਣਾ ਲੱਗਾ ਹੁੰਦਾ ਸੀ, ਰੋਹ ਸ਼ੋਹ ਪਿਆਂਦੇ ਹਨ? ਰੋਹ ਹੀ ਪੀਂਦੇ ਹੀ ਨਹੀਂ ਸਕਦੇ। ਕਿਉਂ? ਠੰਡ ਲੱਗਦੀ ਸੀ? ਠੰਡ ਲੱਗਣ ਦੀ ਨਹੀਂ ਗੱਲ। ਉਦੋਂ ਬੱਚੇ ਹਨ, ਨਹੀਂ ਪਤਾ ਪੀਣੀ ਹੈ ਜਾਂ ਨਹੀਂ ਪੀਣੀ। ਅੱਛਾ ਅੱਛਾ ਅੱਛਾ। ਤੇ ਉੱਥੇ ਜਿੱਥੇ ਕਪੂਰ ਸਿੰਘ ਦਾ ਘਰ ਸੀ ਉੱਥੇ ਕੋਲ ਗੁਰਦੁਆਰਾ ਹੈ ਸੀ? ਬਿਲਕੁਲ। ਸਕੂਲ? ਸਕੂਲ ਇੱਧਰ ਗੁਰਦੁਆਰਾ ਸੀ ਤੇ ਇੱਧਰ ਸਕੂਲ ਸੀ। ਖੂਹੀ ਉੱਥੇ ਪਾਣੀ ਵਾਲੀ? ਪਾਣੀ ਵੀ ਹੈ, ਉਹ ਖੂਹ ਤੇ ਬੰਦ ਕਰ ਛੜਿਆ ਉਹਨੇ। ਖੂਹ ਜਿਹੜਾ ਚੌਂਕ ਚ ਮੈਨੂੰ ਆਇਆ ਅੱਗੇ, ਉਹ ਬੰਦ ਹੋ ਗਿਆ। ਉਹੀ ਖੂਹ ਹੈ ਨਾ? ਠੀਕ ਹੋ ਗਿਆ। ਹੋਰ ਕੋਈ ਐਸੀ ਯਾਦ ਜਿਹੜੀ ਤੁਹਾਡੇ ਜ਼ਿਹਨ ਚ ਹੋਏ? ਉਹ ਲਾਂਭਦੇ ਹੈ ਨਾ ਹਿਸਾਬ ਕਿਤਾਬ, ਤੁਸੀਂ ਸੁਣਨਾ ਜੀ? ਹਾਂ ਬਿਲਕੁਲ ਸੁਣਾਂਗੇ। ਕਬਾੜ ਸਿੰਘ ਹੁੰਦਾ ਸੀ। ਠੀਕ ਹੋ ਗਿਆ। ਤੇ ਲੈਂਦੇ ਬਾਲੇ। ਠੀਕ ਹੋ ਗਿਆ। ਉਹਨਾਂ ਰੱਖੀ ਹੁੰਦੀ ਸੀ ਮਸ਼ੀਨ ਰਕਾਟਾਂ ਵਾਲੀ। ਅੱਛਾ। ਗਾਣੇ ਵਾਲੀ? ਗਾਣੇ ਵਾਲੀ। ਅੱਛਾ। ਤੇ ਉੱਥੇ ਜਾਣਾ ਕਰਨਾ, ਹਾਂ ਵੀ ਸੁਣਨਾ ਕਰਨਾ, ਵਡੇਰੀਆਂ ਮਾਈਆਂ ਨੇ ਵੀ ਬਹਿ ਜਾਣਾ ਕਰਨਾ। ਪਤਾ ਜੀ ਨਹੀਂ ਸੀ ਹੁੰਦਾ। ਅੱਛਾ। ਇਸ ਤਰ੍ਹਾਂ ਕਰਕੇ ਉਹ ਰੱਸਾ ਖਿੱਚਦਾ ਹੁੰਦਾ ਸੀ। ਰੱਸਾ ਖਿੱਚਣ ਦੀ ਟੀਮਾਂ 'ਚ ਜਾਂਦਾ ਹੁੰਦਾ ਸੀ ਉਹ। ਅੱਛਾ। ਹਾਂ, ਭੰਗਾ ਕੇ ਜਿਹੜਾ ਬਹਿੰਦਾ ਸੀ ਤੇ ਬਾਲਾ ਕਾਣਾ ਕਰਕੇ ਇਹਨੂੰ ਬੋਲਦੇ ਹਨ। ਅੱਛਾ, ਕਾਣਾ ਕਰਕੇ? ਗੁੱਸਾ ਤਾਂ ਨਹੀਂ ਕਰਦਾ? ਨਾ, ਗੁੱਸੇ ਵਾਲਾ ਹੈ ਹੀ ਨਹੀਂ ਸੀ ਉਹ। ਅੱਛਾ ਨਾ, ਠੀਕ ਹੈ। ਗੁੱਸੇ ਵਾਲੇ ਨੂੰ ਹਸਾ ਛੱਡਦਾ ਸੀ ਉਹਨੇ। ਤੇ ਜਮਨਦਾਰ ਦਾ ਕੀ ਨਾਂ ਸੀਗਾ ਜੀ? ਹਾਂ, ਬੋਲੋ 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 ਬੋਲੋ, ਗੱਲ ਕਰੋ। ਕਿਹਦਾ ਨਾਂ ਪੁੱਛਦੇ ਪਿਓ? ਜਮਾਦਾਰ ਦਾ। ਜਮਾਦਾਰ ਦਾ ਕੀ ਨਾਂ ਹੈ ਦਾਦਾ ਜੀ? ਜਮਾਦਾਰ ਦਾ ਜਿਹੜੇ ਉਹਨਾਂ ਸ਼ੇਰਾਂ ਨੇ ਮਕਾਏ ਬਣਾਏ ਮਕਾਨ। ਆਹੋ, ਇਹਨਾਂ ਦੇ ਵਿੱਚ ਹੀ ਸੀ। ਅੱਛਾ। ਇਹ ਕਿਹਾ ਸੀ ਪ੍ਰੀਤਮ ਸ਼ਾਹ ਦਾ ਜਿਹੜਾ ਸੀ, ਪ੍ਰੀਤਮ
ਪ੍ਰੀਤਮ ਦਾ ਤਾਂ ਕੀ ਨਾਂ ਸੀ ਜਿਹੜਾ ਡਾਕਟਰ ਸੀ? ਡਾਕਟਰ ਹੀ ਮੁੰਡਾ ਸੀ ਪ੍ਰੀਤਮ ਕੇ। ਅੱਛਾ ਅੱਛਾ, ਜਿਹੜਾ ਪ੍ਰੀਤਮ ਸਿੰਘ ਸੀ ਉਹ ਡਾਕਟਰ ਸਾਹਿਬ ਦਾ ਮੁੰਡਾ ਸੀ? ਹਾਂਜੀ। ਕਹਿੰਦੇ ਹੁਣ ਬੜੇ ਸਾਬੇ ਸੀ ਸਨ ਡਾਕਟਰ ਸਾਹਿਬ ਇੱਥੇ। ਤਰੇ ਬਾਗ ਲਵਾਏ ਹਨ ਬਰੂਦਾਂ ਦਾ, ਮਾਲਟਿਆਂ ਦਾ, ਸੰਤਰਿਆਂ ਦਾ। ਤੇ ਉਹਨਾਂ ਚੋਂ ਮਾਲਟੇ ਮੂਲਟੇ ਖਾਂਦੇ ਹੋ ਤੁਸੀਂ ਵੀ? ਹਾਂ, ਮਾਲਟੇ ਅਮਰੂਦ ਵੀ ਖਾਦੇ ਨੇ। ਕਦੀ ਚੋਰੀ ਦੀ ਨਾ ਤੋੜੇ? ਨਾ ਚੋਰੀ ਨਹੀਂ ਤੋੜੇ। ਅੱਛਾ, ਹੋਰ ਕੋਈ ਐਸਾ ਸਰਦਾਰ ਜਿਹਦਾ ਨਾਂ ਤਾਂ ਤੁਹਾਨੂੰ ਪਤਾ ਹੋਵੇ? ਦਾਦਾ ਜੀ ਉਹ ਲਾਲ ਸਿੰਘ ਜਿਹੜਾ ਸੀ ਜੋ ਸਕੂਲ ਹੈ ਜਿੱਥੇ ਸੈਫ ਲੰਬੜ ਉਹ ਲਾਲ ਦਾੜੀ ਵਾਲਾ ਬਾਦੋਂ ਲਾਲ ਦਾੜੀ ਸ਼ੇਰ ਸਿੰਘ ਸੀ ਇੱਕ, ਸ਼ੇਰ ਸਿੰਘ। ਅੱਛਾ, ਸ਼ੇਰ ਸਿੰਘ। ਉਹਨੇ ਭੋਰਾ ਸੀ ਜ਼ਮੀਨ ਦੇ ਵਿੱਚ ਬਣਾਇਆ। ਅੱਛਾ, ਹਾਂਜੀ। ਠੀਕ ਹੈ। ਵਾਧਾ ਘਾਟਾ ਜਿਹੜਾ ਹੁੰਦਾ ਸੀ ਮਾਲ ਉੱਤੇ ਸੋਚਣਾ ਥੱਲੇ ਚੱਲ ਬਈ। ਅੱਛਾ, ਹਾਂਜੀ। ਠੀਕ ਹੋ ਗਿਆ। ਬਹੁਤ ਸ਼ੁਕਰੀਆ ਜੀ ਤੁਹਾਡਾ। ਅਸੀਂ ਹੁਣ ਜਰਾ ਆਵਾਂਗੇ ਨੰਬਰਦਾਰ ਸਾਹਿਬ ਵੱਲ। ਹਾਂਜੀ ਨੰਬਰਦਾਰ ਸਾਹਿਬ, ਤੁਸੀਂ ਵੀ ਕੋਈ ਯਾਦਾਂ ਕੋਈ ਤੁਸੀਂ ਨੰਬਰਦਾਰ ਹੋ, ਤੁਹਾਡੇ ਪਿੰਡ ਦੇ ਯਾਦਾਂ ਤੇ ਐ ਹੀ ਨੇ ਕਿ ਵੱਡਿਆਂ ਨੇ ਜੋ ਦੱਸਿਆ ਏ। ਚਲੋ ਜੋ ਦੱਸਿਆ ਵੱਡਿਆਂ ਨੇ। ਇਹ ਪਿੰਡ ਆਲਰੇਡੀ ਸਿੱਖਾਂ ਦਾ ਸੀ ਸਾਰਾ ਹੀ? ਸਾਰਾ ਹੀ। ਅੱਛਾ। ਤੇ 3 ਘਰ ਮੁਸਲਮਾਨਾਂ ਦੇ ਹਨ, ਇੱਕ ਲੋਹਾਰਾਂ ਦਾ ਸੀ ਜਿਨ੍ਹਾਂ ਕੋਲ ਆ ਬੈਠੇ ਆ ਜਿਹੜੇ ਆ ਬੈਠੇ ਆ ਸੀ, ਇਹ ਉਹਦੇ ਇੱਕ ਨਸਲ ਹੈ। ਇੱਕ ਨਾਈਆਂ ਦਾ ਸੀ ਤੇ ਇੱਕ ਤੇਲੀਆਂ ਦਾ ਸੀ। ਠੀਕ ਹੈ। ਤੇ 3-4 ਘਰ ਜਿਹੜੇ ਹਨ ਸਾਈਆਂ ਦੇ ਹਨ, ਕ੍ਰਿਸਚੀਅਨ ਕਮਿਊਨਿਟੀ ਕ੍ਰਿਸਚੀਅਨ ਦੇ। ਠੀਕ ਹੈ। ਔਰ ਸਾਰਾ ਸਿੱਖਾਂ ਦਾ ਪਿੱਛੇ ਆ ਬਣਿਆ ਗਿਰਜਾ ਬਣਿਆ ਹੈ, ਹੁਣ ਬਣਿਆ ਵਾਧੋ ਬਣਿਆ। ਤੇ ਇਹ ਪਿੰਡ ਦੇ ਮੁਤਲਕ ਸੁਣਿਆ ਹੈ ਕਿ ਸਿੱਖਾਂ ਦਾ ਪਿੰਡ ਸੀ ਤੇ ਸਹਿਬੇ ਸੀਅਤ ਪਿੰਡ ਸੀ। ਅੱਛਾ। ਇੱਥੇ ਉਸ ਟਾਈਮ ਸਾਡੇ 1985 ਤੱਕ ਇੱਥੇ ਇੱਟ ਕੋਈ ਨਹੀਂ ਲੱਗੀ। ਤੇ ਜਦੋਂ ਸਿੱਖਾਂ ਦਾ ਪਿੰਡ ਸੀ ਨਾ, ਉਦੋਂ ਪੱਕਾ ਸੋਲ ਸੀ ਇੱਥੇ ਲੱਗਾ ਹੋਇਆ। ਇੱਕ ਸਹਿਬੇ ਸੀਅਤ ਲੋਕ ਮੁਲਾਜ਼ਮ ਲੋਕ ਸਨ ਕਿ ਜਿਨ੍ਹਾਂ ਦੀ ਇੱਕ ਅੱਛੀ ਪਹੁੰਚ ਸੀ। ਬਲਕਿ ਜਿੱਥੇ ਹੁਣ ਅਸੀਂ ਰਹਿ ਰਹੇ ਹਾਂ, ਸਾਡਾ ਇੱਥੇ ਇੱਕ ਮਸਾਇਆ ਹੁੰਦਾ ਸੀ ਡਾਕਟਰ, ਤੇ ਸਹਿਬੇ ਸੀਅਤ ਮੁਲਾਜ਼ਮ ਸਰਕਾਰੀ ਲੋਕ ਸਨ। ਉਹ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਇੱਥੇ ਦੱਸਦੇ ਨੇ ਅੱਛੇ ਲੋਕ ਸਨ। ਫਿਰ ਜਦੋਂ ਪਾਕਿਸਤਾਨ ਬਣਿਆ, ਬਲਕਿ ਇਹਨਾਂ ਲੋਕਾਂ ਨੇ ਅੱਛੇ ਤਰੀਕੇ ਨਾਲ ਵੈਲਕਮ ਕਰਕੇ ਇੰਡੀਆ ਦੀ ਬਾਰਡਰ ਤੇ ਵੀ ਛੱਡ ਕੇ ਆਏ ਸਨ। ਅੱਛਾ, ਯਾਨੀ ਕਿ ਤੁਸੀਂ ਇਹ ਦੱਸ ਰਹੇ ਹੋ ਕਿ ਇੱਥੇ ਉਹ ਮਾਰ ਕਟਾਈ ਲੜਾਈ ਚੱਲ ਨਹੀਂ 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 ਸਰ, ਬੜੇ ਮੁਹੱਬਤ ਨਾਲ ਗੱਡਿਆਂ ਦੇ ਉੱਤੇ ਇਹਨਾਂ ਨੂੰ ਅਲਵਿਦਾ ਕਰਕੇ ਇੰਡੀਆ 'ਚ ਪਹੁੰਚਾਇਆ ਸੀ। ਜਿਹੜੇ ਬਜ਼ੁਰਗ ਸਨ ਸਾਡੇ 5-7 ਘਰ ਸਨ, ਜਾਂ ਨਾਲ ਸਦਰਾਣਾ ਸ਼ਾਹਾਂ ਦਾ ਸੀ, ਉੱਥੇ ਕੋਈ ਮੁਸਲਮਾਨ ਘਰ ਹੈ ਸਨ। ਇੱਥੇ ਬੜੀ ਮੁਹੱਬਤ ਨਾਲ ਇਹਨਾਂ ਨੇ ਇੱਕ ਦੂਸਰੇ ਦਾ ਅਹਿਸਾਸ ਕੀਤਾ, ਅੱਛੀ ਜ਼ਿੰਦਗੀ ਗੁਜ਼ਾਰੀ। ਜਦੋਂ ਇੱਕ ਆਖਰੀ ਵਕਤ ਆਇਆ, ਅੱਛੇ ਤਰੀਕੇ ਨਾਲ ਅਲਵਿਦਾ ਕੀਤਾ। ਉਹ ਗੱਡਿਆਂ ਦਾ ਦੌਰ ਹੁੰਦਾ ਸੀ। ਬਿਲਕੁਲ ਗੱਡਿਆਂ ਦਾ ਦੌਰ। ਉਹ ਇਹਨਾਂ ਨੂੰ ਉੱਥੇ ਇੰਡੀਆ ਤੋਂ ਤਕਰੀਬਨ ਇੰਡੀਆ ਦਾ ਬਾਰਡਰ ਸਾਡੇ ਤੋਂ 5 ਕਿਲੋਮੀਟਰ ਹੈ। ਯਾਨੀ ਕਿ ਜਿਹੜੀ ਉਸ ਦੌਰ 'ਚ ਮਾਰ ਕਟਾਈ ਕਤਲੋਗਾਰ ਸਾਰਾ ਕੁਝ ਹੋਇਆ ਸੀ, ਤੁਹਾਡੇ ਇੱਥੇ ਨਹੀਂ ਹੋਇਆ? ਇੱਥੇ ਪਾਕਿਸਤਾਨ ਉਹਦੀ ਵਜ੍ਹਾ ਇਹ ਹੈ ਕਿ ਇੱਥੋਂ ਬਾਰਡਰ ਨਜ਼ਦੀਕ ਸੀ। 5 ਕਿਲੋਮੀਟਰ ਤੇ। ਅੱਛਾ, ਇੱਥੋਂ 5 ਕਿਲੋਮੀਟਰ ਬਾਰਡਰ ਹੈ ਜੀ, 5 ਕਿਲੋਮੀਟਰ। ਠੀਕ ਹੋ ਗਿਆ। ਯਾਨੀ ਕਿ ਤੁਸੀਂ ਸਾਰਿਆਂ ਨੂੰ ਬੜੇ ਇੱਜ਼ਤ ਇਹਤਰਾਮ ਨਾਲ? ਬੜੇ ਇੱਜ਼ਤ ਆਰਾਮ ਨਾਲ ਜੀ, ਬੜੇ ਅੱਛੇ ਲੋਕ ਸਨ, ਅੱਛਾ ਵਕਤ ਉਹਨਾਂ ਗੁਜ਼ਾਰਿਆ। ਫਿਰ ਜਿਹੜੇ ਇੱਥੇ ਮੁਸਲਮਾਨ ਸਨ, ਉਹਨਾਂ ਦੀ ਮੁਹੱਬਤ ਪਿਆਰ ਬੜੀ ਸੀ। ਅਜੇ ਤੱਕ ਉਹ ਯਾਦਾਂ, ਹੁਣ ਪੁਰਾਣੇ ਬੰਦੇ ਸਾਡੇ ਦਰਅਸਲ ਕੁਝ ਫੌਤ ਹੋ ਗਏ ਨੇ, ਚਲੋ ਸੁਣਿਆ ਸੁਣਾ ਇਹ ਗੱਲਾਂ ਦੀ ਉਹ ਬੜੀਆਂ ਗੱਲਾਂ ਸੁਣਾਉਂਦੇ ਹਨ ਸਾਨੂੰ। ਅੱਛਾ ਨੰਬਰਦਾਰ ਸਾਹਿਬ, ਕਦੀ ਇੰਜ ਹੋਇਆ ਕਿ ਕੋਈ ਉੱਥੋਂ ਕੋਈ ਸਰਦਾਰ ਆਇਆ ਹੋਵੇ ਇੱਥੇ ਕੋਈ? ਹਾਂ ਸਰ, ਪਿੱਛੇ 2 ਸਾਲ ਪਹਿਲੇ ਵੀ ਲੰਡਨ ਤੋਂ ਫੈਮਿਲੀ ਆਈ ਸੀ। ਉਹ 5-4 ਜੀ ਉਹਨਾਂ ਨੇ ਆਣ ਕੇ ਪਿੰਡ ਦਾ ਪੂਰਾ ਵਿਜ਼ਿਟ ਕੀਤਾ। ਅੱਛਾ। ਉਹ ਆਪਣੀ ਰਿਹਾਇਸ਼ਾਂ ਦੇ ਬਾਰੇ 'ਚ ਸਾਰੀ ਮਾਲੂਮਾਤ ਲਈ। ਹਾਂਜੀ। ਉਹ ਜਿੱਥੇ ਇਹਨਾਂ ਦੀ ਮੜੀਆਂ ਹੁੰਦੀਆਂ ਹਨ ਉਹਦੇ ਬਾਰੇ 'ਚ ਸਾਰਾ ਕੁਝ ਦੇਖਿਆ। ਇਸ ਤੋਂ ਪਿੱਛੇ ਵੀ ਕੋਈ 5 ਸਾਲ ਪਿੱਛੇ ਫੈਮਿਲੀ ਲੰਡਨ ਤੋਂ ਆਈ ਸੀ। ਠੀਕ ਹੋ ਗਿਆ। ਉਹ ਵੀ ਆਣ ਕੇ ਆਪਣਾ ਖੁਸ਼ੀ ਦਾ ਇਜ਼ਹਾਰ ਕੀਤਾ। ਆਣ ਕੇ ਉਹਨਾਂ ਕਿਹਾ ਸਾਡੇ ਘਰੋਂ ਪਛਾਣਿਆ ਨਹੀਂ ਜਾਂਦਾ ਪਿਆ। ਅੱਛਾ। ਇਹਦਾ ਇਲਾਕਾ ਮਾਸ਼ਾਅੱਲਾ ਅੱਗੇ ਨਾਲੋਂ ਬੜੀ ਤਰੱਕੀ ਕਰ ਗਿਆ ਹੈ। ਠੀਕ ਹੋ ਗਿਆ। ਤੇ ਉਹ ਵੀ ਆਣ ਕੇ ਆਪਣਾ ਖੁਸ਼ੀ ਦਾ ਇਜ਼ਹਾਰ, ਪੁਰਾਣੇ ਕੋ ਬੰਦੇ ਆਏ ਸਨ, ਉਹਨਾਂ ਨੂੰ ਮਿਲੇ। ਉਹ ਨਾਂ ਪਤੇ ਸਾਰਾ ਉਹਨਾਂ ਨੂੰ ਵਾਕਫੀ ਵੀ ਸੀ। ਉਹ ਸਾਰਿਆਂ ਦੇ ਨਾਂ ਪਤੇ ਵੀ ਉਹਨਾਂ ਨੇ ਆਪਣਾ ਪੁੱਛੇ, ਸਾਰੇ ਪੁਰਾਣੇ ਬੰਦਿਆਂ ਨੇ ਉਹਨਾਂ ਨੂੰ ਦੱਸਿਆ ਵੀ। ਆਂਦੀਆਂ ਨੇ ਲੰਡਨ ਤੋਂ ਪਾਰਟੀਆਂ ਆਪਣਾ ਦੇਖਣ ਸਾਰਾ ਆਪਣੇ ਆਬਾਈ ਗਾਉਂ ਨੂੰ। ਕੁਦਰਤੀ ਅਮਲ ਹੈ, ਜਿੱਥੇ ਬੰਦਾ ਪੈਦਾ ਹੋਇਆ ਹੋਏ ਉਹ ਜਗ੍ਹਾ ਤੇ ਨਹੀਂ ਨਾ ਭੁੱਲਦੀ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਅੱਛਾ, ਤੁਸੀਂ ਸਾਰੇ ਬੈਠੇ ਤੇ ਜੇ ਹੁਣ ਕੋਈ ਆਈ ਹੋ ਤਾਂ ਤੁਹਾਨੂੰ ਮਿਲਣ ਤੇ ਕੀ ਸਲੂਕ ਕਰੋਗੇ? ਸਰ, ਅਸੀਂ ਉਹਨਾਂ ਦੀ ਮਹਿਮਾਨ ਨਵਾਜ਼ੀ ਕਰਾਂਗੇ। ਸਾਡੇ ਦੇਖੋ ਨਾ, ਖਾਸ ਕਰਕੇ ਸਿੱਖ ਬਰਾਦਰੀ ਵਾਸਤੇ ਸਾਡੇ ਪਾਕਿਸਤਾਨ ਨੇ ਨਾਰੋਵਾਲ ਦੇ ਵਿੱਚ ਕਰਤਾਰਪੁਰ ਰਸਤਾ ਖੋਲ ਛੜਿਆ ਹੈ। ਬਲਕਿ ਬੜੀ ਪਾਰਟੀਆਂ ਹੁਣ ਲੰਡਨ ਤੋਂ ਆਉਂਦੀਆਂ ਪਈਆਂ ਨੇ। ਇਹ ਜੀ ਇਹ ਤਾਂ ਉਹਦਾ ਹੱਕ ਬਣਦਾ, ਹੱਕ ਵੀ ਬਣਦਾ ਹੈ। ਤੇ ਅਸੀਂ ਵੀ ਉਹਨਾਂ ਨੂੰ ਸਰ ਮਹਿਮਾਨ ਨਵਾਜ਼ੀ ਨਾਲ ਦੇਖਦੇ ਹਾਂ ਤੇ ਇੰਨਾ ਕੁਝ ਅਸੀਂ ਕਰ ਰਹੇ ਹਾਂ ਨਾ।
ਨਹੀਂ ਅਗਰ ਮਿਸਾਲ ਜਿਹਦੇ ਵਾਸਤੇ ਮੈਂ ਵੀਡੀਓ ਬਣਾ ਰਿਹਾ ਕਵਲਜੀਤ ਸਿੰਘ ਵਾਸਤੇ, ਸਰ ਸਾਡੇ ਮਹਿਮਾਨ ਹੋਣਗੇ, ਅਗਰ ਮਹੀਨਾ ਉਹ ਆ ਰਹਿਣ, ਜਾਣ ਤੇ 15 ਦਿਨ ਰਹਿਣ, ਵਿਦ ਫੈਮਿਲੀ ਆਣ, ਅਸੀਂ ਉਹਨਾਂ ਨੂੰ ਪੂਰੀ ਰਿਸਪੈਕਟ ਦੇਵਾਂਗੇ ਜਿੱਥੋਂ ਤੱਕ ਹੋ ਸਕੇ। ਲੋ ਜੀ ਸੁਣ ਰਹੇ ਹੋ ਤੁਸੀਂ ਜੀ ਕਵਲਜੀਤ ਸਾਹਿਬ, ਤੁਸੀਂ ਤੁਹਾਨੂੰ ਦਾਵਤ ਮਿਲ ਗਈ ਏ ਤੇ ਹੁਣ ਤੁਸੀਂ ਆਣਾ ਚਾਹੋ ਤੇ ਆ ਸਕਦੇ ਹੋ। ਚਾਚਾ ਜੀ ਤੁਸੀਂ ਵੀ ਵੈਲਕਮ ਕਹੋਗੇ ਨਾ? ਬਿਲਕੁਲ ਬਿਲਕੁਲ। ਬਾਅਦ ਚ ਨਾ ਕਿ ਆ ਜੇ ਕਿ ਮੈਂ ਤੇ ਕਿਹਾ ਹੀ ਨਹੀਂ ਸੀ, ਮੈਂ ਚੁੱਪ ਮੈਂ ਸਾਂ। ਤਾਂ ਜਾਣਦਾ ਹੀ ਨਹੀਂ ਹੈਗਾ ਨਾ। ਨਹੀਂ ਜੀ, ਸਾਡੇ ਮਹਿਮਾਨ ਨੇ, ਜਦੋਂ ਆਣ ਅਸੀਂ ਅੱਲਾ ਦੇ ਹੁਕਮ ਨਾਲ ਉਹਨਾਂ ਦੇ ਨਾਲ ਮੁਹੱਬਤ ਕਰਾਂਗੇ ਪੂਰੀ। ਉਹਨਾਂ ਕਿਹਾ ਜੀ ਸਾਨੂੰ ਸਾਡੇ ਘਰ ਦੀ, ਚਲੋ ਘਰ ਤੇ ਘਰ ਤੇ change ਹੋ ਗਏ ਪੁਰਾਣੇ ਨੇ। ਕੋਈ ਨਹੀਂ ਰਹੇ ਤਕਰੀਬਨ ਚਲੋ ਸਾਰੇ। ਗਲੀਆਂ ਗੁਲੀਆਂ ਤੇ ਮੌਜੂਦ ਨੇ। ਗਲੀਆਂ ਮੌਜੂਦ ਨੇ। ਮੇਰੇ ਕੋਲ ਲੱਠੇ ਦੀ ਕਾਪੀ ਹੈ, ਹਾਂ ਬਗੈਰ ਡਾਕੂਮੈਂਟ ਮੇਰੇ ਕੋਲ ਜਿੰਨੇ ਇਸ ਗੁੰਨੇ 'ਚ ਮਾਲਕ ਸਨ ਨਾ, ਅੱਛਾ ਉਹਨਾਂ ਨੂੰ ਮੈਂ ਡਾਕੂਮੈਂਟ ਦੇਣਾ, ਉਹ ਪੜ੍ਹ ਸਕਣ, ਕਿਉਂ ਹਿੰਦਕੋ ਜ਼ਬਾਨ ਸਾਨੂੰ ਨਹੀਂ ਆਉਂਦੀ ਹੈ। ਸਰ ਮੇਰਾ ਤੁਹਾਨੂੰ ਪਤਾ ਹੈ ਕਿ ਲੰਬੜਦਾਰ ਨੂੰ ਕੁਦਰਤੀ ਨਾ ਇਹਨਾਂ ਕਾਗਜ਼ਾਂ ਨਾਲ ਬੜੀ ਮੁਹੱਬਤ ਹੁੰਦੀ ਹੈ। ਹਾਂਜੀ ਡਿਊਟੀ ਜੀ ਹੋਇਆ ਠੀਕ ਹੈ ਨਾ। ਤੁਹਾਡੀ। ਤੇ ਉਹ ਅਸੀਂ ਕਚਹਿਰੀ ਅੰਦਰ ਜਾਂਦੇ ਹਾਂ, ਮੈਂ ਪੂਰੇ ਪਿੰਡ ਦੇ ਨਾਲ ਲੱਠੇ ਦੀ ਕਾਪੀ ਕਢਾਈ ਹੋਈ ਹੈ। ਅੱਛਾ ਦਰਅਸਲ ਮੈਨੂੰ ਕੁਝ ਨਾ ਪੜ੍ਹੇ ਥੋੜਾ ਨਹੀਂ ਜਿਹਾ ਜਾਂਦੇ। ਹਾਂ, ਯਾਨੀ ਕਿ ਜਿੰਨੇ ਵੀ ਇੱਥੋਂ ਦੇ ਸਰਦਾਰ ਨੇ, ਸਾਰੀ ਜਿਹੜੀ ਮਲਕੀਅਤ ਹੈ ਸਾਰੀ ਸਭ ਦੇ ਨਾਂ ਲਿਖੇ ਨੇ। ਮਲਕੀਅਤ ਉਹਨਾਂ ਨੂੰ ਮੇਰਾ ਮਤਲਬ ਹੈ ਕਿ ਤੁਸੀਂ ਇਹ ਭੇਜ ਵੀ ਸਕਦੇ ਹੋ। ਪੂਰੇ ਪਿੰਡ ਦੇ ਜਿੰਨੇ ਵੀ ਇੱਥੇ ਲੋਕੀ ਰਹਿੰਦੇ ਹਨ ਉਸ ਵਕਤ ਦੇ, ਹਾਂ ਹਾਂ ਇਹ ਸਾਰਿਆਂ ਦੀ ਮਾਲਕੀਆਂ ਨੇ, ਠੀਕ ਸਿੱਖ ਹੈ। ਬਰਾਦਰੀ ਦੀ। ਤੇ ਉਹ ਲੱਠਾ ਵੀ ਮੇਰੇ ਕੋਲ ਪੁਰਾਣਾ ਹੁਣ ਤੇ ਰਸਤੇ ਵੀ ਚਲੋ ਸਾਡੇ ਬਦਲੇ ਨੇ, ਉਹ ਪੁਰਾਣਾ ਲੱਠਾ ਵੀ ਸਾਡੇ ਕੋਲ ਏ, ਇਹ ਡਾਕੂਮੈਂਟ ਕੋਲ ਨੇ। ਉਹ ਆਣ ਤੇ ਅਸੀਂ ਸਰਕਾਰ, ਅਸੀਂ ਇਹਨਾਂ ਨੂੰ ਵੈਸੇ ਵੀ ਭੇਜਣ ਨੂੰ ਵੀ ਤਿਆਰ ਆ, ਠੀਕ ਹੋ ਗਿਆ। ਪੜ੍ਹਾ ਲੈਣਾ। ਅਸੀਂ ਕਿਸੇ ਵਕਤ ਕਚਹਿਰੀ ਜਾਂਦੇ ਆ ਨਾ, ਹਾਂ, ਹਾਂ। ਉਹ ਇੱਕ ਤੋਂ ਪੁਰਾਣਾ ਬੰਦਾ ਸੀ ਜਿਹੜਾ ਕਿਤਾਬਾਂ ਪੜ੍ਹਦਾ ਸੀ, ਅੱਛਾ ਇਹ ਹਿੰਦਕੋ ਜ਼ਬਾਨ ਚ ਲਿਖੇ ਨੇ, ਹਿੰਦਕੋ ਜ਼ਬਾਨ ਲਿਖੀ ਹੈ ਸਰ। ਯਾਨੀ ਕਿ ਤਦੀ ਕਿ ਮੈਂ ਪੜਨ ਦੀ ਕੋਸ਼ਿਸ਼ ਕੀਤੀ, ਮੇਰੇ ਨੂੰ ਸਮਝ ਨਹੀਂ ਸਾਨੂੰ ਆਈ। ਨਹੀਂ ਪੜ੍ਹੀ ਜਾਂਦੀ। ਦੋ ਬੰਦੇ ਹਨ ਕਚਹਿਰੀ 'ਚ, ਅਸੀਂ ਉਹਨਾਂ ਨੂੰ ਬਕਾਇਦਾ ਲੱਭ ਕੇ ਕੋਈ ਡਾਕੂਮੈਂਟ ਪੜ੍ਹਾਉਂਦੇ ਹਾਂ, ਪੁਰਾਣੀ ਜਮਾਬੰਦੀ, ਅੱਛਾ ਤੇ ਅੱਛਾ ਉਹਨਾਂ ਨੇ ਪੜ੍ਹਨੀ ਹੁੰਦੀ ਸੀ। ਅੱਛਾ ਹੁਣ ਤੁਹਾਨੂੰ ਪਿੰਡ ਵਿਖਾਓਗੇ ਜੀ? ਪਿੰਡ ਦਿਖਾਉਂਦੇ ਆ, ਬਿਲਕੁਲ ਜ਼ਰੂਰ ਦਿਖਾਉਂਦੇ ਆ ਸਰਕਾਰ। ਚਲੋ ਆਓ ਜੀ ਪਿੰਡ ਵੇਖਦੇ ਹਾਂ ਜੀ। ਠੀਕ ਹੋ ਗਿਆ ਸਰ।